ਡਾਕੂਮੈਂਟ ਰਿਕੁਆਇਰਡ ਫॉर ਸਾਊਥ ਕੋਰੀਆ ਸਟੱਡੀ ਵੀਜ਼ਾ ਲੈਂਗੁਏਜ ਕੋਰਸ ਦੇ ਲਈ। ਵੀਡੀਓ ਤੁਸੀਂ ਬਹੁਤ ਦੇਖੀ ਹੈ, ਬਟ ਮੈਂ ਇਸ ਵੀਡੀਓ ਦੇ ਵਿੱਚ ਸਾਊਥ ਕੋਰੀਆ ਦੇ ਲੈਂਗੁਏਜ ਕੋਰਸ ਦੇ ਲਈ ਡਾਕੂਮੈਂਟ ਮੈਂ ਸਟੈਪ ਬਾय ਸਟੈਪ ਮੈਂ ਤੁਹਾਨੂੰ ਕੱਲੇ ਡਾਕੂਮੈਂਟ ਦੱਸੂਗਾ। ਐਸਟੀਐਮ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਪਰ ਪ੍ਰੋਪਰ ਮੈਂ ਲਾਈਵ ਬਿਲਕੁਲ ਦੱਸ ਰਿਹਾ। ਇਹ ਨਹੀਂ ਕਿ ਮੈਂ ਕੋਈ ਡਾਕੂਮੈਂਟ ਮਿਸ ਕਰੂੰ, ਕੱਲਾ ਡਾਕੂਮੈਂਟ ਮੈਂ ਤੁਹਾਨੂੰ ਇਸ ਟਾਈਮ ਪ੍ਰਪੇਅਰ ਦੱਸੂਗਾ। ਸਭ ਤੋਂ ਪਹਿਲਾਂ ਤਾਂ ਹੁੰਦਾ ਹੈ ਐਪਲੀਕੇਸ਼ਨ ਫਾਰਮ। ਜਦੋਂ ਤੁਸੀਂ ਕਿਸੇ ਵੀ ਕੰਟਰੀ ਦੇ ਲਈ, ਤੁਹਾਨੂੰ ਵੀ ਪਤਾ ਕਿ ਅਸੀਂ ਅਪਲਾਈ ਕਰਨਾ ਹੈ, ਸੋ ਅਪਲਾਈ ਕਰਨ ਦੇ ਲਈ ਐਪਲੀਕੇਸ਼ਨ ਫਾਰਮ ਹੁੰਦਾ ਹੈ। ਸੋ ਹੋਰਾਂ ਕੰਟਰੀਆਂ ਦੇ ਵਿੱਚ ਜਿਵੇਂ ਕਿ ਆਪਾਂ ਲਾਤਵੀਆ 'ਚ ਅਪਲਾਈ ਕਰਦੇ ਹਾਂ, ਪੋਲੈਂਡ 'ਚ ਅਪਲਾਈ ਕਰਦੇ ਹਾਂ, ਫਿਨਲੈਂਡ 'ਚ ਅਪਲਾਈ ਕਰਦੇ ਹਾਂ, ਇਹਨਾਂ ਕੰਟਰੀਆਂ ਦੇ ਵਿੱਚ ਅਪਲਾਈ ਕਰਨ ਦੇ ਲਈ ਆਪਾਂ ਨੂੰ ਯੂਨੀਵਰਸਿਟੀ ਦੇ ਵੈਬਸਾਈਟ ਦੇ ਉੱਪਰ ਵਿਜ਼ਿਟ ਕਰਕੇ ਜਾਂ ਪੋਰਟਲ ਦੇ ਉੱਪਰ ਵਿਜ਼ਿਟ ਕਰਕੇ ਸਾਰੀ ਇਨਫੋਰਮੇਸ਼ਨ ਆਪਾਂ ਪੋਰਟਲ ਦੇ ਉੱਪਰ ਦੇ ਦਿੰਦੇ ਹਾਂ। ਮੇਰਾ ਨੇਮ ਕੀ ਹੈ, ਮੇਰਾ ਲਾਸਟ ਨੇਮ ਕੀ ਹੈ, ਮੇਰਾ ਡੇਟ ਆਫ ਬਰਥ ਕੀ ਹੈ, ਮੈਂ ਕਿਹੜੀ ਕੰਟਰੀ ਟਰੈਵਲ ਹੈ ਜਾਂ ਮੈਂ ਨਹੀਂ ਟਰੈਵਲ, ਜਾਂ ਮੇਰੀ ਨੇਟਿਵ ਲੈਂਗੁਏਜ ਕਿਹੜੀ ਹੈ, ਜਿਹੜੀ ਵੀ ਇਨਫੋਰਮੇਸ਼ਨ ਤੁਹਾਨੂੰ ਪਤਾ ਐਪਲੀਕੇਸ਼ਨ ਫਾਰਮ ਦੇ ਵਿੱਚ ਆਉਂਦੀ ਹੈ, ਉਹ ਇੱਕ ਤਰ੍ਹਾਂ ਦੀ ਪੋਰਟਲ ਦੇ ਇਨਫੋਰਮੇਸ਼ਨ ਹੋਊਗੀ। ਉਸ ਤੋਂ ਬਾਅਦ ਡਾਕੂਮੈਂਟ ਅਪਲੋਡ ਹੋ ਗਏ ਐਂਡ ਦੈਨ ਤੁਹਾਡਾ ਅਪਲਾਈ ਹੋ ਗਿਆ। ਬਟ ਸਾਊਥ ਕੋਰੀਆ ਦੇ ਵਿੱਚ ਆਪਾਂ ਪੋਰਟਲ ਦੇ ਉੱਪਰ ਅਪਲਾਈ ਨਹੀਂ ਕਰ ਸਕਦੇ। ਇਸ ਕੰਟਰੀ ਦੇ ਵਿੱਚ ਆਪਾਂ ਨੂੰ ਡਾਇਰੈਕਟ ਯੂਨੀਵਰਸਿਟੀ ਨੂੰ ਮੇਲ ਕਰਨੀ ਪੈਂਦੀ ਹੈ ਵਿਦ ਐਪਲੀਕੇਸ਼ਨ ਫਾਰਮ ਦੇ ਨਾਲ, ਦੈਨ ਹੀ ਤੁਹਾਡਾ ਪ੍ਰੋਸੈਸ ਸਟਾਰਟ ਹੁੰਦਾ ਹੈ। ਤੁਸੀਂ ਮੈਨੂੰ ਲੱਗਦਾ ਸਮਝ ਗਏ ਮੈਂ ਕੀ ਗੱਲ ਕਹੀ ਹੈ ਕਿ ਚਾਹੇ ਤੁਸੀਂ ਮੈਨੂੰ ਇਨਫੋਰਮੇਸ਼ਨ ਆ ਕਾਪੀ ਤੇ ਲਿਖ ਕੇ ਦੇ ਦਿਓ, ਚਾਹੇ ਤੁਸੀਂ ਮੈਨੂੰ ਵੈਬਸਾਈਟ ਤੇ ਉੱਪਰ ਮੇਲ ਬਣਾ ਕੇ ਭੇਜ ਦਿਓ, ਚਾਹੇ ਤੁਸੀਂ ਇੱਕ ਲਿੰਕ ਦੇ ਦੇਣਾ, ਲਿੰਕ ਦੇ ਉੱਪਰ ਉਹ ਇਨਫੋਰਮੇਸ਼ਨ ਦੇਤੀ, ਸੋ ਚੀਜ਼ ਉਹ ਸੇਮ ਹੀ ਹੈ। ਸੋ ਇਸੇ ਤਰ੍ਹਾਂ ਇਸ ਕੰਟਰੀ ਦੇ ਵਿੱਚ ਆਪਾਂ ਨੂੰ ਐਪਲੀਕੇਸ਼ਨ ਫਾਰਮ ਫਿਲ ਕਰਨਾ ਪੈਂਦਾ ਹੈ, ਜਿਹਦੇ ਵਿੱਚ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਵੀ ਲੱਗਦੀ ਹੈ ਐਂਡ ਉਹ ਐਪਲੀਕੇਸ਼ਨ ਫਾਰਮ ਯੂਨੀਵਰਸਿਟੀ ਦੇ ਡਿਪੈਂਡ ਹੈ ਕਿ ਆਪਾਂ ਉਹਨੂੰ ਪੈਨ ਨਾਲ ਫਿਲ ਕਰਨਾ ਹੈ ਜਾਂ ਆਪਾਂ ਉਹਨਾਂ ਨੂੰ ਸਿੱਧਾ ਬਾਈ ਆਪਾਂ ਇਲੈਕਟ੍ਰੋਨਿਕ ਫਿਲ ਕਰਨਾ ਹੈ। ਜਿਹੜਾ ਐਪਲੀਕੇਸ਼ਨ ਫਾਰਮ ਹੈ ਸਬਮਿਟ ਔਨ ਦਾ ਵੈਬਸਾਈਟ ਦੇ ਉੱਪਰ ਵਿਜ਼ਿਟ ਕਰਕੇ ਦੈਨ ਐਪਲੀਕੇਸ਼ਨ ਫਾਰਮ ਨੂੰ ਆਪਾਂ ਫਿਲ ਕਰਨਾ। ਸੈਕਿੰਡ, ਆਪਾਂ ਨੂੰ ਚਾਹੀਦਾ ਪਾਸਪੋਰਟ ਬੋਥ ਫਰੰਟ ਐਂਡ ਬੈਕ ਪੇ ਚਾਹੀਦੇ ਆਪਾਂ ਨੂੰ। ਉਸ ਤੋਂ ਬਾਅਦ ਚਾਹੀਦੀ ਆਪਾਂ ਨੂੰ ਪਾਸਪੋਰਟ ਸਾਈਜ਼ ਫੋਟੋ, ਜਿਸ ਦੇ ਵਿੱਚ 80% ਫੇਸ ਐਂਡ ਬੈਕਗ੍ਰਾਉਂਡ ਤੁਹਾਡਾ ਵਾਈਟ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਗ੍ਰੈਜੂਏਸ਼ਨ ਸਰਟੀਫਿਕੇਟ ਫਰੋਮ ਯੂਅਰ ਲਾਸਟ ਸਕੂਲ, ਇੰਗਲਿਸ਼ ओरिजिनल and apostille or authorization by the Korean consulation। देखो ਤੁਹਾਡੇ ਜਿਹੜੇ ਡਾਕੂਮੈਂਟ ਨੇ, ਜਿਵੇਂ ਕਿ ਲਾਸਟ ਐਜੂਕੇਸ਼ਨ ਦਾ ਡਾਕੂਮੈਂਟ ਹੈ, ਇੱਕ ਤਾਂ ਹੋ ਗਿਆ ਸਰਟੀਫਿਕੇਟ, ਇੱਕ ਹੋ ਗਿਆ ਕਹਿ ਦਿੰਦੇ ਆ ਕਿ ਡਿਗਰੀ। ਸੋ ਇਹਨਾਂ ਦੋਨਾਂ 'ਚ ਅੰਤਰ ਹੈ। ਸੋ ਜਿਵੇਂ ਕਿ ਆਪਾਂ ਕਹਿ ਦਿੰਦੇ ਆ ਜੀ ਮੈਂ ਬੀਟੈਕ ਕਰ ਲਈ, ਉਹਦੀ ਟ੍ਰਾਂਸਕ੍ਰਿਪਟ ਹੋਊਗੀ, ਉਸ ਤੋਂ ਬਾਅਦ ਇੱਕ ਡਿਗਰੀ ਆਉਂਦੀ ਹੈ, ਮਾਸਟਰ ਸੀਟ ਮਿਲਦੀ ਹੈ। ਸੋ ਇਹ ਦੋਨੇ ਆਪਾਂ ਨੂੰ ਡਾਕੂਮੈਂਟ ਦੋਨੇ ਅਲੱਗ-ਅਲੱਗ ਚਾਹੀਦੀ ਹੈ। ਜੇ ਤੁਸੀਂ ਇਕੱਲੀ +2 ਕੀਤੀ ਹੈ ਦੈਨ ਸਾਨੂੰ ਇਕੱਲੇ +2 ਦਾ ਡਾਕੂਮੈਂਟ ਹੀ ਚਾਹੀਦਾ ਵਿਦ ਅਪੋਸਟਾਈਲ ਲੱਗੂਗਾ, ਉਹਦੇ ਮਗਰ ਸਟicker ਲੱਗਦਾ MEA ਤੋਂ, ਮਿਨਿਸਟਰੀ ਆਫ ਐਕਸਟਰਨਲ ਤੋਂ, ਦੈਨ ਉਹ ਡਾਕੂਮੈਂਟ ਤੁਹਾਡਾ 101% ਓਰੀਜਨਲ ਹੋਣਾ ਜ਼ਰੂਰੀ ਹੈ। ਬਟ ਆਪਾਂ ਨੂੰ ਅਪਲਾਈ ਕਰਨ ਲਈ ਸਿਰਫ ਸਕੈਨ ਕਾਪੀ ਹੀ ਚਾਹੀਦੀ ਹੈ। ਅਕੈਡਮਿਕ ਟ੍ਰਾਂਸਕ੍ਰਿਪਟ ਆ ਗਈ ਨਾ ਗੱਲ ਉੱਥੇ, ਮੈਂ ਤੁਹਾਨੂੰ ਜਿਵੇਂ ਤੁਹਾਨੂੰ ਦੱਸਿਆ ਅਕੈਡਮਿਕ ਟ੍ਰਾਂਸਕ੍ਰਿਪਟ ਫਰੋਮ ਯੂਅਰ ਲਾਸਟ ਸਕੂਲ, ਇੰਗਲਿਸ਼ ਦੇ ਵਿੱਚ ਚਾਹੀਦਾ, ਅਪੋਸਟਾਈਲ ਚਾਹੀਦਾ। ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਹੈ ਬਰਥ ਸਰਟੀਫਿਕੇਟ। ਜਿਨ੍ਹਾਂ ਕੈਂਡੀਡੇਟ ਦਾ ਬਰਥ ਸਰਟੀਫਿਕੇਟ ਪੰਜਾਬੀ ਦੇ ਵਿੱਚ ਹੈ, ਹਿੰਦੀ ਦੇ ਵਿੱਚ ਹੈ, ਉਰਦੂ ਦੇ ਵਿੱਚ ਹੈ ਜਾਂ ਉਹਨਾਂ ਦੀ ਲੈਂਗੁਏਜ ਦੇ ਵਿੱਚ ਹੈ, ਚੱਲਣਾ ਨਹੀਂ। ਸੋ ਇਹਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਵਾਓ ਐਂਡ ਇਸ ਨੂੰ ਟ੍ਰਾਂਸਲੇਟ ਨੂੰ ਓਰੀਜਨਲ ਨੂੰ ਇਸ ਨੂੰ ਨੋਟਰੀ ਵਗੈਰਾ ਵੀ ਤੁਸੀਂ ਕਰਵਾ ਸਕਦੇ ਹੋ, ਅਪੋਸਟਾਈਲ ਵੀ ਤੁਸੀਂ ਕਰਾ ਸਕਦੇ ਹੋ, ਇਹ ਆਪਸ਼ਨਲ ਹੈ। ਫੈਮਿਲੀ ਰਿਲੇਸ਼ਨਸ਼ਿਪ ਦਾ ਮਤਲਬ ਤੁਹਾਡੀ ਫੈਮਿਲੀ 'ਚ ਕਿੰਨੇ ਮੈਂਬਰ ਨੇ। ਜਿਵੇਂ ਕਿ ਤੁਸੀਂ ਆਪਣੇ ਫਾਦਰ ਦੀ ਸੋਰਸ ਆਫ ਇਨਕਮ ਲਗਾਓਗੇ, ਤੁਹਾਡੇ ਕੋਲੇ ਫਾਦਰ ਦਾ ਰਿਲੇਸ਼ਨਸ਼ਿਪ ਕੀ ਹੈ, ਆਧਾਰ ਕਾਰਡ, ਤੁਹਾਡਾ ਪਾਸਪੋਰਟ ਦੇ ਉੱਪਰ ਫੈਮਿਲੀ ਦਾ ਨਾਮ ਲਿਖਿਆ ਹੋਊਗਾ ਜਾਂ ਰਾਸ਼ਨ ਕਾਰਡ ਚੱਲ ਜਾਊਗਾ। ਇਹ ਚੀਜ਼ਾਂ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਹੋਣਾ ਜ਼ਰੂਰੀ ਹੈ।
ਜਿਸ ਦੇ ਵਿੱਚ ਤੁਹਾਡੇ ਫਾਦਰ ਦਾ, ਤੁਹਾਡੇ ਮਦਰ ਦਾ ਜਾਂ ਬ੍ਰਦਰ ਦਾ ਡਾਕੂਮੈਂਟ ਲਗਾ ਰਹੇ ਹੋ, ਜਿਸ ਦੇ ਵਿੱਚ ਬ੍ਰਦਰ ਦਾ ਡਾਕੂਮੈਂਟ ਲਗਾ ਰਹੇ ਹੋ, ਦੈਨ ਬ੍ਰਦਰ ਦਾ ਨੇਮ ਤੁਹਾਡੇ ਨਾਲ ਅਟੈਚ ਹੋਵੇ ਕਿ ਮੇਰਾ ਬ੍ਰਦਰ ਹੈ। ਜਿਵੇਂ ਕਿ ਹੁਣ ਤੁਸੀਂ ਫਾਦਰ ਦਾ ਨੇਮ ਦਾ ਅਟੈਚ ਕਰ ਦੋਗੇ ਕਿ ਫਾਦਰ ਦਾ ਨੇਮ ਦਾ ਤੁਸੀਂ ਪਾਸਪੋਰਟ ਦੇ ਵਿੱਚ ਵੀ ਪਾਓਗੇ, ਫਾਦਰ ਨੇਮ ਤੁਸੀਂ ਆਧਾਰ ਕਾਰਡ ਦੇ ਵਿੱਚ ਵੀ ਪਾਓਗੇ, ਪੈਨ ਕਾਰਡ ਦੇ ਵਿੱਚ ਵੀ ਪਾਓਗੇ, ਮਦਰ ਦਾ ਨੇਮ, ਈਵਨ ਕਿ 10 ਦੇ ਡਾਕੂਮੈਂਟ ਦੇ ਵਿੱਚ ਵੀ ਫਾਦਰ ਮਦਰ ਦਾ ਡਾਕੂਮੈਂਟ ਪਾਊਗਾ। ਬਟ ਜੇ ਤੁਸੀਂ ਇਨ ਕੇਸ ਬ੍ਰਦਰ ਦੇ ਡਾਕੂਮੈਂਟ ਲਗਾ ਰਹੇ ਹੋ, ਫਿਰ ਤੁਸੀਂ ਨਹੀਂ ਰਿਲੇਸ਼ਨਸ਼ਿਪ ਡਾਕੂਮੈਂਟ ਲਗਾ ਸਕਦੇ। ਫਿਰ ਤੁਹਾਨੂੰ ਆਪਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਾਸ਼ਨ ਕਾਰਡ ਵਗੈਰਾ ਬਣਾਉਣਾ ਪਊਗਾ ਜਾਂ ਹੋਰ ਬਹੁਤ ਆਇਡੈਂਟੀ ਡਾਕੂਮੈਂਟ ਹੁੰਦੇ ਆ ਜਿਸ ਦੇ ਵਿੱਚ ਤੁਸੀਂ ਆਪਣੀ ਫੈਮਿਲੀ ਦਾ ਰਿਲੇਸ਼ਨ ਦਿਖਾ ਸਕਦੇ ਹੋ ਕਿ ਇਹ ਮੇਰੇ ਬ੍ਰਦਰ ਨੇ ਜਾਂ ਇਹ ਮੇਰੇ ਸਿਸਟਰ ਨੇ, ਕਿਉਂਕਿ ਡਾਕੂਮੈਂਟ ਦੇ ਨਾਲ ਹੀ ਆਪਾਂ ਉਸ ਚੀਜ਼ ਨੂੰ ਸ਼ੋਅ ਕਰ ਸਕਦੇ ਹਾਂ। ਉਸ ਤੋਂ ਬਾਅਦ ਆਈਡੀ ਫॉर ਦਾ ਐਪਲੀਕੈਂਟ ਹਿਸ ਔਰ ਹਰ, ਤੁਹਾਡੇ ਫਾਦਰ ਦੀ, ਤੁਹਾਡੇ ਮਦਰ ਦੀ ਆਈਡੀ ਕਾਰਡ ਚਾਹੀਦੀ ਆ, ਉਹਨਾਂ ਦਾ ਪੈਨ ਕਾਰਡ, ਉਹਨਾਂ ਦਾ ਆਧਾਰ ਕਾਰਡ, ਉਹਨਾਂ ਦਾ ਵੋਟਰ ਕਾਰਡ ਆਈਡੀ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੋਵੇ, ਸਾਨੂੰ 3 ਉਹਨਾਂ ਦੇ ਆਈਡੀ ਕਾਰਡ ਚਾਹੀਦੇ ਨੇ। 2 ਜਾਂ 3 ਆਧਾਰ ਕਾਰਡ ਹੋਵੇ, ਪੈਨ ਕਾਰਡ ਹੋਵੇ ਜਾਂ ਉਹਨਾਂ ਦੀ ਬੈਂਕ ਦੀ ਕਾਪੀ ਹੋਵੇ। ਬੈਂਕ ਦੀ ਕਾਪੀ ਨਹੀਂ ਚੱਲਣੀ, ਪਰ ਜਿੱਥੇ ਬੈਂਕ ਦੀ ਕਾਪੀ ਦੇ ਵਿੱਚ ਅੱਗੇ ਕਾਪੀ ਦੇ ਉੱਪਰ ਫੋਟੋ ਲੱਗੀ ਹੋਈ ਹੈ, ਅੱਗੇ ਐਡਰੈਸ ਹੈ, ਪ੍ਰੋਪਰ ਬੈਂਕ ਦਾ ਐਡਰੈਸ ਹੈ ਐਂਡ ਤੁਹਾਡਾ ਘਰ ਦਾ ਐਡਰੈਸ ਹੈ, ਉਹ ਜਿੱਥੇ ਤੁਹਾਡੇ ਘਰ ਦਾ ਐਡਰੈਸ ਹੈ ਉਹ ਡਾਕੂਮੈਂਟ ਲੱਗੂ। ਜਿੱਥੇ ਤੁਹਾਡੇ ਘਰ ਦਾ ਐਡਰੈਸ ਪ੍ਰੋਪਰ ਨਹੀਂ ਹੈਗਾ ਉਹ ਡਾਕੂਮੈਂਟ ਤੁਹਾਡਾ ਅਟੈਚ ਨਹੀਂ ਹੋਊਗਾ। ਪੇਰੈਂਟ ਸਰਟੀਫਿਕੇਟ ਆਫ ਇੰਪਲੋਇਮੈਂਟ, ਤੁਹਾਡੇ ਪੇਰੈਂਟਸ ਕੀ ਕਰਦੇ ਆ? ਤੁਹਾਡੇ ਪੇਰੈਂਟਸ ਬਿਜ਼ਨਸਮੈਨ ਨੇ, ਬਿਜ਼ਨਸ ਦਾ ਡਾਕੂਮੈਂਟ ਲੱਗੂ, ਬਿਜ਼ਨਸ ਦਾ ਕਰੰਟ ਅਕਾਊਂਟ ਲੱਗੂਗਾ, ਬਿਜ਼ਨਸ ਦੀਆਂ ITR ਲੱਗਣਗੀਆਂ। ਜੇ ਤੁਹਾਡੇ ਪੇਰੈਂਟਸ ਕੋਈ ਜੌਬ ਕਰਦੇ ਆ, ਉਹਨਾਂ ਦੀ ਜੌਬ ਦੀ NOC ਦੀ ਲੋੜ ਨਹੀਂ, ਕਿਉਂਕਿ ਉਹਨਾਂ ਨੇ ਨਾਲ ਨਹੀਂ ਜਾਣਾ, ਉਹਨਾਂ ਨੂੰ ਛੱਡ ਕੇ ਨਹੀਂ ਜਾਣਾ। ਉਹਨਾਂ ਦੀਆਂ ਸੈਲਰੀ ਸਲਿੱਪਾਂ, ਉਹਨਾਂ ਦਾ ਅਪਾਇੰਟਮੈਂਟ ਲੈਟਰ, ਜੇ ਉਹ ਕੋਈ ਐਗਰੀਕਲਚਰ ਨੇ ਜਾਂ ਫਾਰਮਰ ਨੇ, ਉਹਨਾਂ ਦੇ ਜੇ ਫਾਰਮ, ਉਹਨਾਂ ਦੀ ਆਪਣੀ ਫਰਦ ਲੱਗੂਗੀ। ਸੋ ਡਾਕੂਮੈਂਟ ਉਹਨਾਂ ਦੇ ਇਨਕਮ ਪ੍ਰੂਫ ਲੱਗਣਗੇ, ਉਹਨਾਂ ਦੀਆਂ ITR ਲੱਗਣਗੀਆਂ ਲਾਸਟ 2 ਸਾਲਾਂ ਦੀਆਂ। ਜੇ ਨਹੀਂ ਭਰੀਆਂ ਹੋਈਆਂ ਉਹਨਾਂ ਨੂੰ ਪਲੀਜ਼ ਫਿਲ ਕਰ ਦਿਓ, ਫਰੈਸ਼ ਵੀ ਚੱਲ ਜਾਣਗੀਆਂ। ਉਸ ਤੋਂ ਬਾਅਦ ਪੇਰੈਂਟ ਸਰਟੀਫਿਕੇਟ ਆਫ ਇਨਕਮ, ਉਹੀ ਪਹਿਲਾ ਡਾਕੂਮੈਂਟ ਸੀ ਪੇਰੈਂਟ ਸਰਟੀਫਿਕੇਟ ਆਫ ਇੰਪਲੋਇਮੈਂਟ। ਇੰਪਲੋਇਮੈਂਟ ਦਾ ਮਤਲਬ ਤਾਂ ਇਹ ਹੈ ਕਿ ਕੀ ਕਰਦੇ ਹੋ, ਕੀ ਬਿਜ਼ਨਸ ਹੈ, ਕੀ ਬਿਜ਼ਨਸ ਹੈ, ਬਿਜ਼ਨਸ ਕਰਦੇ ਆ ਜਾਂ ਉਹਨਾਂ ਦੇ ਐਗਰੀ ਫਾਰਮਰ ਨੇ ਜਾਂ ਜੌਬ ਕਰਦੇ ਆ, ਸਿਰਫ ਉਹ ਹੋ ਗਿਆ। ਉਸ ਤੋਂ ਬਾਅਦ ਪੇਰੈਂਟ ਸਰਟੀਫਿਕੇਟ ਆਫ ਇਨਕਮ, ਇਨਕਮ ਦੇ ਵਿੱਚ ਆਪਣੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਦੇ ਵਿੱਚ ਨਾਮ ਲਾਉਂਗਾ ਇਨਕਮ ਟੈਕਸ ਰਿਟਰਨ ਦੀ ITR। ਨਹੀਂ ਭਰੀਆਂ ਹੋਈਆਂ ਭਰ ਦਿਓ, ਕਿਉਂਕਿ ਇਨਕਮ ਟੈਕਸ ਦੀਆਂ ITR ਹਰ ਇੱਕ ਡਿਪਾਰਟਮੈਂਟ ਦੇ ਵਿੱਚ, ਚਾਹੇ ਤੁਸੀਂ ਕਾਰ ਲੈਣੀ ਹੈ, ਚਾਹੇ ਤੁਸੀਂ ਵਹੀਕਲ ਲੈਣਾ, ਚਾਹੇ ਤੁਸੀਂ ਲੋਨ ਕਰਾਉਣਾ, ਚਾਹੇ ਤੁਸੀਂ ਬਾਹਰ ਜਾਣਾ, ਸੋ ਇਨਕਮ ਟੈਕਸ ਦੀਆਂ ITR ਜ਼ਰੂਰੀ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਉਹ ਟੈਕਸੇਬਲ ਹੋਵੇ, ਨਹੀਂ ਟੈਕਸੇਬਲ ਤਾਂ ਵੀ ਉਹ ਚੱਲ ਜਾਣਗੀਆਂ। ਬੈਂਕ ਸਰਟੀਫਿਕੇਟ, ਬੈਂਕ ਸਰਟੀਫਿਕੇਟ ਇੰਗਲਿਸ਼ ਓਰੀਜਨਲ, ਧਿਆਨ ਰੱਖਿਓ ਬੈਂਕ ਸਰਟੀਫਿਕੇਟ ਦੇ ਨਾਮ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਬੈਂਕ ਸਰਟੀਫਿਕੇਟ ਦੇ ਵਿੱਚ ਕਈ ਕਨਫਿਊਜ਼ ਹੁੰਦੇ ਆ। ਬੈਂਕ ਬੈਲੈਂਸ, ਇੱਕ ਬੈਂਕ ਬੈਲੈਂਸ ਸਰਟੀਫਿਕੇਟ ਨਿਕਲੂਗਾ, ਇੱਕ ਬੈਂਕ ਦੀ ਸਟੇਟਮੈਂਟ ਨਿਕਲੂਗੀ। ਬੈਂਕ ਬੈਲੈਂਸ ਦਾ ਮਤਲਬ ਹੈ ਕਿ ਤੁਹਾਡੇ ਅਕਾਊਂਟ ਦੇ ਵਿੱਚ ਪ੍ਰੋਪਰ ਕਿੰਨਾ ਬੈਲੈਂਸ ਹੈ। ਉਸ ਤੋਂ ਬਾਅਦ ਬੈਂਕ ਦੀ ਸਟੇਟਮੈਂਟ ਲੱਗੂਗੀ, ਜਿਸ ਦੇ ਵਿੱਚ ਐਟ ਲੀਸਟ 6 ਮਹੀਨੇ ਦੀ ਸਟੇਟਮੈਂਟ ਹੋਵੇ, ਚਾਹੇ ਤੁਹਾਡੇ ਪੈਸੇ ਫਰੈਸ਼ ਪਾਏ ਹੋਣ, ਪਰ ਪੇਮੈਂਟ ਤੁਹਾਡੀ ਚੈੱਕ ਦੇ ਥਰੂ ਹੋਈ ਹੋਣੀ ਜ਼ਰੂਰੀ ਹੈ। ਐਂਡ ਐਟ ਲੀਸਟ 9 ਤੋਂ ਲੈ ਕੇ 8 ਤੋਂ ਲੈ ਕੇ 8 ਲੱਖ ਐਟ ਲੀਸਟ ਲਾ ਕੇ ਚਲੋ, 8 ਤੋਂ ਲੈ ਕੇ 10 ਲੱਖ ਰੁਪਇਆ ਅਕਾਊਂਟ ਦੇ ਵਿੱਚ ਹੋਣਾ ਜ਼ਰੂਰੀ ਹੈ। ਫਰੈਸ਼ ਪੈਸੇ ਚੱਲ ਜਾਣਗੇ, ਦੈਨ ਹੀ ਤੁਸੀਂ ਸਾਊਥ ਕੋਰੀਆ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਸਰਟੀਫਿਕੇਟ ਆਫ ਕੋਰੀਅਨ ਗਾਰਡੀਅਨ ਨਹੀਂ ਹੈਗੇ, ਸਰਟੀਫਿਕੇਟ ਆਫ ਇੰਪਲੋਇਮੈਂਟ ਆਫ ਕੋਰੀਅਨ ਨਹੀਂ ਹੈਗੇ। ਸੋ ਇਹ ਜਿਹੜੇ ਡਾਕੂਮੈਂਟ ਨੇ ਹਾਊ ਟੂ ਸਬਮਿਟ ਔਨ, ਇਹ ਸਾਰੇ ਡਾਕੂਮੈਂਟ ਆਪਾਂ ਮੇਲ ਤੇ ਉਹਨਾਂ ਨੂੰ ਸੈਂਡ ਕਰਨੀ ਹੈ ਜਾਂ ਉਹਨਾਂ ਨੂੰ ਬਾਏ ਪੋਸਟ ਉਹਨਾਂ ਨੂੰ ਮੇਲ ਕਰਨੀ ਹੈ। ਜਿਹੜਾ ਬੰਦਾ ਤੁਹਾਨੂੰ ਕਹੂਗਾ ਮੈਂ ਪੋਰਟਲ ਤੇ ਅਪਲਾਈ ਕਰੂੰਗਾ, ਮੈਂ ਅਪਲਾਈ ਕਰੂੰ, ਕਿਤੇ ਪੋਰਟਲ ਤੇ ਕਿਤੇ ਕੁਝ ਨਹੀਂ ਅਪਲਾਈ ਹੁੰਦਾ। ਸੋ ਇਹ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ 2 ਹੀ ਸਿਸਟਮ ਹੈ। ਸੋ ਇਹ ਜਾਂ ਮੇਲ ਤੇ ਜਾਂ ਉਸ ਤਰ੍ਹਾਂ ਦਾ ਤੁਸੀਂ ਵੀ ਨਾ ਪੰਗਾ ਲਿਓ ਜੇ ਆਉਂਦਾ ਵਾਕਈ, ਕਿਉਂਕਿ ਜੇ ਮਿਸਟੇਕ ਹੋਗੀ ਦੁਬਾਰਾ ਅਪਲਾਈ ਨਹੀਂ ਹੋਣੇ। ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ, ਜੇ ਤੁਸੀਂ ਆਪਣੇ ਡਾਕੂਮੈਂਟ ਉੱਥੇ ਓਰੀਜਨਲ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਉਹਨਾਂ ਨੂੰ ਕੋਰੀਅਰ ਕਰਤਾ, 101% ਹੈ ਡਾਕੂਮੈਂਟ ਤੁਹਾਡਾ ਵਾਪਸ ਨਹੀਂ ਮਿਲੂਗਾ। ਸਪੈਸ਼ਲ ਲਿਖ ਕੇ ਦਿੱਤਾ ਉਹਨਾਂ ਨੇ। ਸੋ ਆਪਣਾ ਇਸ ਚੀਜ਼ ਨੂੰ ਧਿਆਨ ਨਾਲ ਅਵੇਅਰ ਹੋ ਕੇ ਚੱਲਿਓ ਕਿ ਜੇ ਤੁਸੀਂ ਉਸ ਹਿਸਾਬ ਨਾਲ ਕਰੋਗੇ ਤਾਂ ਡਾਕੂਮੈਂਟ ਵਗੈਰਾ ਤੁਹਾਡਾ ਵਾਪਸ ਤੁਹਾਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਮਿਲੂਗਾ। ਸੋ ਇਹ ਇਸ ਤੋਂ ਬਾਅਦ ਜਿਹੜੀ ਐਪਲੀਕੇਸ਼ਨ ਫੀਸ ਆਉਂਦੀ ਹੈ
ਉਹ ਜੇ ਆਪਾਂ ਕੋਰੀਅਨ ਦੀ ਗੱਲ ਕਰਾਂਗੇ, ਤੁਸੀਂ ਕੋਰੀਅਨ ਦੀ ਗੱਲ ਨਾ ਕਰੋ ਕਿਉਂਕਿ ਇਹ ਤਾਂ 60,000। ਸੋ ਆਪਣੀ ਟਿਊਸ਼ਨ ਐਪਲੀਕੇਸ਼ਨ ਫੀਸ ਨੀਅਰ ਅਬਾਊਟ 3000 ਆਊਗੀ ਇੱਕ ਸਮੈਸਟਰ ਦੀ, ਤੇ ਟਿਊਸ਼ਨ ਫੀਸ ਆਊਗੀ ਨੀਅਰ ਅਬਾਊਟ 80 ਤੋਂ ਲੈ ਕੇ 90,000 ਰੁਪਏ ਇੱਕ ਸਮੈਸਟਰ ਦੀ ਤੁਹਾਡੀ ਟਿਊਸ਼ਨ ਫੀਸ ਹੈ। ਇਸ ਤੋਂ ਇਲਾਵਾ ਐਪਲੀਕੇਸ਼ਨ ਫੀਸ ਆਰ ਨॉन ਰਿਫੰਡੇਬਲ, ਕਿਉਂਕਿ ਐਪਲੀਕੇਸ਼ਨ ਫੀਸ ਤੁਹਾਡੀ ਨॉन ਰਿਫੰਡੇਬਲ ਹੈ। ਐਂਡ ਟੈਕਸਟ ਬੁੱਕ ਆਰ ਇਨਕਲੂਡਡ ਐਂਡ ਪ੍ਰੋਵਾਈਡਡ, ਬੁੱਕਾਂ ਤੁਹਾਡੀਆਂ ਇਸ ਦੇ ਵਿੱਚ ਇਨਕਲੂਡ ਹੈ। ਐਂਡ ਸਕੂਲ ਗਰੁੱਪ ਇੰਸ਼ੋਰੈਂਸ ਬਿੱਲ ਵੀ ਅਪਲਾਈਡ ਇਫ ਯੂ ਆਰ ਸਟੂਡੈਂਟ ਅੰਡਰ ਏ ਕੋਰੀਅਨ ਲੈਂਗੁਏਜ ਰੈਗੂਲਰ ਸਟੂਡੈਂਟ ਐਕਸਪੈਕਟ ਦਾ ਸਟੂਡੈਂਟ ਆਫ। ਠੀਕ ਹੈ, ਸੋ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਇਹ ਜਿਹੜੇ ਸਿਸਟਮ ਹੈ ਕੋਰੀਅਨ ਆਪਣੇ ਹੋਣੇ। ਤੀਜੀ ਚੀਜ਼ ਮੈਂ ਤੁਹਾਨੂੰ ਇਹ ਦੱਸੂਗਾ, ਜਦੋਂ ਤੁਸੀਂ ਅਪਲਾਈ ਕਰਦੇ ਹੋ ਸਭ ਤੋਂ ਪਹਿਲਾਂ ਅਪਲਾਈ ਕਰਨ ਵੇਲੇ ਯੂਨੀਵਰਸਿਟੀਆਂ ਦੇ ਵਿੱਚ ਐਪਲੀਕੇਸ਼ਨ ਫੀਸ ਆਉਂਦੀ ਹੈ, ਬਟ ਇਹਨਾਂ ਕੰਟਰੀਆਂ ਦੇ ਵਿੱਚ ਐਪਲੀਕੇਸ਼ਨ ਜਿਹੜੀ ਫੀਸ ਆਉਂਦੀ ਹੈ ਉਹ ਆਪਾਂ ਟਿਊਸ਼ਨ ਫੀਸ ਦੇ ਨਾਲ ਹੀ ਪੇ ਕਰਨੀ ਪੈਂਦੀ ਹੈ। ਇਨ ਕੇਸ ਤੁਹਾਡਾ ਵੀਜ਼ਾ ਰਿਜੈਕਟ ਹੋ ਜੇ ਦੈਨ ਤੁਹਾਡੀ ਐਪਲੀਕੇਸ਼ਨ ਫੀਸ ਸਾਰੀ ਰਿਫੰਡੇਬਲ ਐਪਲੀਕੇਸ਼ਨ ਫੀਸ ਤੁਹਾਡੀ ਰਿਫੰਡੇਬਲ ਨਹੀਂ ਹੁੰਦੀ, ਜਿਹੜੀ ਕਿ 3000 ਹੀ ਬਣੂਗੀ, ਬਟ ਟਿਊਸ਼ਨ ਫੀਸ ਸਾਰੀ ਰਿਫੰਡੇਬਲ ਹੁੰਦੀ ਹੈ। ਫੋਰ ਐਗਜ਼ਾਮਪਲ ਦੇ ਤੌਰ ਤੇ ਲੱਖ ਰੁਪਏ ਦੀ ਟਿਊਸ਼ਨ ਫੀਸ ਹੈ, 3000 ਐਪਲੀਕੇਸ਼ਨ ਫੀਸ ਹੈ। ਪੰਜਾਬੀ ਦੇ ਵਿੱਚ ਕਹਾਂ ਕਿ ਆਫਰ ਲੈਟਰ ਦੀ ਫੀਸ ਉਹ ਬਾਅਦ ਦੇ ਵਿੱਚ ਲੈਂਦੇ ਨੇ, ਪਹਿਲਾਂ ਨਹੀਂ ਲੈਂਦੇ। ਠੀਕ ਹੈ, ਸੋ ਇਹ ਮੇਰਾ ਪ੍ਰੋਸੈਸ ਸੀ, ਡਾਕੂਮੈਂਟ ਸੀ। ਸੋ ਨੈਕਸਟ ਮੈਂ ਤੁਹਾਡੇ ਨਾਲ ਬਹੁਤ ਹੀ ਵਧੀਆ ਟੌਪਿਕ ਗੱਲ ਕਰੂੰਗਾ, ਜਿਹਦੇ ਵਿੱਚ ਮੈਂ ਦੱਸੂੰਗਾ ਕਿ ਤੁਸੀਂ ARC ਕਾਰਡ ਕਿਵੇਂ ਅਪਲਾਈ ਕਰ ਸਕਦੇ ਹੋ, ARC ਕਾਰਡ ਦਾ ਵੀਜ਼ਾ ਕਿੰਨਾ ਟਾਈਮ ਦਾ ਹੁੰਦਾ ਹੈ ਤੇ ਕਿੰਨਾ ਟਾਈਮ ਲੱਗਦਾ ਹੈ, ਐਂਡ ਕਿਹੜੇ ਕੈਂਡੀਡੇਟ ਕਿੰਨੇ ਟਾਈਮ ਤੱਕ ਅਪਲਾਈ ਕਰ ਸਕਦੇ ਆ। ਐਂਡ ਜਿਹੜਾ ARC ਕਾਰਡ ਹੈ, ARC ਕਾਰਡ ਦੇ ਨਾਲ ਤੁਸੀਂ ਆਪਣੇ ਸਪਾਊਸ ਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਬੁਲਾ ਸਕਦੇ ਹੋ ਆਫਟਰ 3 ਮੰਥ। ਜੇ ਤੁਸੀਂ ARC ਕਾਰਡ ਨਹੀਂ ਅਪਲਾਈ ਕੀਤਾ ਦੈਨ ਤੁਹਾਨੂੰ ਫਾਈਨ ਪਊਗਾ, ਤੁਹਾਨੂੰ ਕੋਰੀਆ ਦੇ ਵਿੱਚੋਂ ਕਹਿਣਗੇ ਤੁਸੀਂ ਇੰਡੀਆ ਚ। ਸੋ ਇਸ ਤਰ੍ਹਾਂ ਦੇ ਟੌਪਿਕ ਮੈਂ ਲੈ ਕੇ ਆਉਂਗਾ, ਕੱਲੀ ਯੂਨੀਵਰਸਿਟੀ ਦੇ ਬਾਰੇ ਮੈਂ ਡਿਸਕਸ ਕਰੂੰਗਾ। ਇਹ ਨਹੀਂ ਕਿ ਮੈਂ ਵੀਡੀਓ ਬਣਾਤੀ ਚਲੋ ਜੀ ਆ ਜਾਓ। ਸੋ ਮੈਂ ਪ੍ਰੋਫਾਈਲ ਦੇਖ ਕੇ ਹੀ ਮੈਂ ਕੇਸ ਨੂੰ ਪਕੜੂੰਗਾ। ਸੋ ਮੇਰੇ ਚੈਨਲ ਨੂੰ ਲਾਈਕ ਤੇ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜੇ ਤੁਹਾਨੂੰ ਵਧੀਆ ਲੱਗੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ।